5 ਦੀ 4 ਦੀ ਰਾਤ ਨੂੰ ਕਮਾਂਡੋ ਫੇਲ ਹੋ ਗਏ ਸੀ ਸਾਰੇ। ਫਿਰ ਇਹਨਾਂ ਨੇ ਟੈਂਕ ਦੀ ਇੰਦਰਾ ਗਾਂਧੀ ਤੋਂ ਦੂਜੇ ਇਜਾਜ਼ਤ ਮੰਗੀ 5 ਤਰੀਕ ਨੂੰ। ਤਾਂ ਫਿਰ ਉਹ ਗੋਲਾਬਾਰੀ ਇੰਨੀ ਹੋਈ 6 ਦੀ ਰਾਤ ਨੂੰ ਵੀ ਫਿਰ ਸਾਰਾ ਮਿੱਟੀ ਧੁੰਦ ਫਿਰ ਸਾਰਾ ਹੋ ਗਿਆ। ਫਿਰ ਬੇਸਮੈਂਟ 'ਚ ਵੀ ਬੰਦਿਆਂ ਨੂੰ ਰੋਕਣਾ ਜਾਂ ਉੱਥੋਂ ਅੰਦਰੋਂ ਗੋਲੀਆਂ ਜਾਂ ਜਿਹੜੇ ਮੋਰਚੇ ਅੰਦਰ ਦੇ ਸੀ ਉੱਥੋਂ ਚਲਾਉਣੇ ਬਹੁਤ ਮੁਸ਼ਕਲ ਹੋ ਗਿਆ ਅੰਦਰੋਂ ਗੋਲੀਆਂ ਚਲਾਉਣੀਆਂ। ਫਿਰ ਉਹ ਬਾਹਰ ਨਿਕਲੇ, ਸੰਤ ਨਿਕਲਿਆ ਬਾਹਰ। ਉਹ ਜਦੋਂ ਮੀਰੀ ਪੀਰੀ ਦੇ ਉਹ ਸਾਹਮਣੇ ਆ ਕੇ ਮੀਰੀ ਪੀਰੀ ਦੇ ਜਿੱਥੇ ਨਿਸ਼ਾਨ ਸਾਹਿਬ ਆ ਉਹਨਾਂ ਦੇ ਨੇੜੇ ਪਹੁੰਚੇ, ਫਿਰ ਉਹਨਾਂ ਦੇ ਗੋਲੀ ਪਿੱਛੇ ਤੋਂ ਉੱਧਰੋਂ ਸਾਹਮਣਿਓਂ ਟੈਂਕ ਵਾਲੀ ਸਾਈਡ ਤੋਂ ਕਈ ਪਾਸਿਆਂ ਤੋਂ ਆ ਰਹੀ ਸੀ, ਉਦੋਂ ਗੋਲੀ ਵੱਜੀ। ਉੱਥੇ ਸੰਤ ਸ਼ਹੀਦ ਹੋਇਆ 6 ਤਰੀਕ ਨੂੰ ਸਵੇਰੇ 6 ਤਰੀਕ ਦੀ ਬਹੁਤ ਅਰਲੀ ਕਿਤੇ ਜਾ ਕੇ ਕਿਸੇ ਵੇਲੇ। ਸਵਾਲ ਇਹ ਵੀ ਇਹਦੇ ਵਿੱਚ ਕੈਜੂਅਲਟੀ ਫੌਜ ਦੀ ਬਹੁਤ ਹੋਈ। ਫੌਜ ਨੂੰ 72 ਘੰਟੇ ਲੜਾਈ ਦਿੱਤੀ। ਦੇਖੋ ਕੋਸ਼ਿਸ਼ ਇਹ ਸੀਗੀ ਵੀ ਅਸੀਂ 3 ਘੰਟੇ 'ਚ ਕਰ ਲਵਾਂਗੇ ਸਾਰਾ ਇੰਤਜ਼ਾਮ। ਜਿਹੜਾ ਦੇਖਣ ਵਾਲੀ ਗੱਲਬਾਤ ਇਹ ਆ 3 ਘੰਟਿਆਂ ਵਿੱਚ ਇਹ ਮਿੱਥਿਆ ਸੀਗਾ। ਇੱਥੋਂ ਤੱਕ ਸੀ ਵੀ ਅਸੀਂ 4 ਨੂੰ ਜਦੋਂ ਅੰਦਰ ਗਏ ਤੇ ਸਾਰਿਆਂ ਨੂੰ ਅਸੀਂ ਫੜ ਲਿਆਵਾਂਗੇ, ਜਿਵੇਂ ਆ ਬੱਤਕ ਫੜ ਕੇ ਲੈ ਆਉਂਦੇ ਉਹਨੇ ਇਸ ਕਿਸਮ ਦੇ ਜਾ ਕੇ ਫੜ ਲਿਆਵਾਂਗੇ ਇਹਨਾਂ ਨੂੰ ਅੰਦਰੋਂ। ਤੇ ਫਿਰ ਆ ਕੇ ਫਿਰ ਅਸੀਂ ਪਤਾ ਹੀ ਨਹੀਂ ਲੱਗਣ ਦੇਣਾ, ਰਾਤੇ ਰਾਤ ਸਵੇਰ 4 ਵਜੇ ਤੱਕ 3 ਵਜੇ ਤੱਕ ਕੰਮ ਨੂੰ ਨਿਬੇੜ ਦਿਆਂਗੇ। 4 ਵਜੇ ਮਰਜ਼ਾਦਾ ਸ਼ੁਰੂ ਹੁੰਦੀ ਹੈ ਹਰਿਮੰਦਰ ਸਾਹਿਬ ਦੇ ਵਿੱਚ, ਉਦੋਂ ਅਸੀਂ ਸਫਾਈ ਵੀ ਕਰਾ ਲਾਂਗੇ। ਸਫਾਈ ਵਾਲਿਆਂ ਦਾ ਵੀ ਇੰਤਜ਼ਾਮ ਕੀਤਾ ਵਾ, ਸਫਾਈ ਵਾਲੇ ਬੰਦੇ ਨਾਲ ਰੱਖੇ ਵੀ ਸੀ ਸਾਰੇ ਫੌਜ ਨੇ ਉਦੋਂ, ਵੀ ਸਫਾਈ ਕਰਾ ਕੇ ਸਾਰਾ। ਤੇ ਰਾਗੀ ਢਾਡੀ ਦਾ ਵੀ ਅਰੇਂਜਮੈਂਟ ਕੀਤਾ ਵਾ ਸੀ ਵੀ ਅਸੀਂ ਇਹਨਾਂ ਤੋਂ ਫਿਰ ਦੁਬਾਰਾ ਸ਼ੁਰੂ ਕਰਵਾ ਦਿਆਂਗੇ ਪ੍ਰੋਗਰਾਮ ਤੇ। ਪਰ ਇਹ ਕਿੱਥੇ ਕਿਸੇ ਸੀ 2.5 ਘੰਟੇ ਦਾ ਆਪਰੇਸ਼ਨ ਹੈ ਸਾਡਾ, ਕਿਤੇ 72 ਘੰਟੇ ਦਾ। ਕਿਹਾ ਜਾਂਦਾ ਵੀ 1200-1300 ਬੰਦਾ ਉਸ ਦਿਨ ਮਾਰਿਆ ਗਿਆ, ਪਰ ਸਾਡੇ ਮੁਤਾਬਕ 3-4 ਹਜ਼ਾਰ ਬੰਦਾ ਅੰਦਰ ਮਾਰਿਆ ਗਿਆ। ਪਰ ਉਹਨਾਂ ਨੇ ਲੋਕਾਂ ਨੂੰ, ਇਨੋਸੈਂਟ ਨੂੰ ਬਹੁਤ ਮਾਰਿਆ, ਬਹੁਤ ਜ਼ਿਆਦਾ ਘਟੀਆ ਤਰੀਕੇ ਦੀ ਗੱਲਬਾਤ ਕੀਤੀ ਸੀ। ਇਹ ਵੀ ਹੋਇਆ ਸੀ ਉਸ ਵੇਲੇ ਦਾ ਵੀ ਕੁਝ ਜਿਹੜੇ ਕੱਟੜ ਹਿੰਦੂ ਟਾਈਪ ਬੰਦੇ ਸੀ ਉਹ ਫਿਰ ਉਸੇ ਵੇਲੇ ਮਠਿਆਈ ਵੰਡਣ ਆ ਗਏ ਸੀਗੇ ਸਾਰੇ ਬਾਹਰ। ਅਸੀਂ ਪਹਿਲੇ 4 ਦਿਨ ਕੀ ਵਾਪਰਿਆ ਤੁਸੀਂ ਆਪ ਸੁਣਿਆ, ਪਰ 5 ਤੇ 6 ਨੂੰ ਨੁਕਸਾਨ ਤੇ ਇੱਕ ਨਹੀਂ ਹੋ ਚੁੱਕਾ ਸੀ, ਲੇਕਿਨ 5 ਜੂਨ ਨੂੰ 6 ਜੂਨ ਨੂੰ ਕਿੱਡਾ ਵੱਡਾ ਨੁਕਸਾਨ ਹੋਇਆ ਕਿ ਉਹ ਵੀ ਦਿਨ ਸੀ, ਟਾਈਮ ਸੀ, ਕੋਈ ਵੇਲਾ ਸੀ ਕਿ 5-6 ਤਰੀਕ ਨੂੰ ਰੋਕਿਆ ਜਾ ਸਕਦਾ ਸੀ। ਇਸ ਬਾਬਤ ਸਾਡੀ ਗੱਲਬਾਤ ਜਾਰੀ ਹੈ ਜਸਪਾਲ ਸਿੰਘ ਸਿੱਧੂ ਸਾਹਿਬ ਉਹਨਾਂ ਨਾਲ। ਸਰ ਤੁਹਾਨੂੰ ਲੱਗਦਾ ਹੈ ਕਿ 1, 2, 3, 4 ਫਿਰ ਵੀ ਕਿਤੇ ਨਾ ਕਿਤੇ ਕੋਈ ਆਪਸ਼ਨ ਹੈ 5 ਜਾਂ 6 ਨੂੰ, ਜਾਂ ਕਿਤੇ ਨਾ ਕਿਤੇ ਟੇਬਲ 'ਤੇ ਬੈਠ ਕੇ ਗੱਲਬਾਤ, ਜਾਂ ਅਕਾਲੀ ਲੀਡਰਸ਼ਿਪ, ਕਾਂਗਰਸ ਲੀਡਰਸ਼ਿਪ ਕਿ ਨਹੀਂ ਮਨ ਧਾਰ ਕੇ ਬੈਠੀ ਸੀ ਉਸ ਸਮੇਂ ਦੀ ਹਕੂਮਤ? ਦੇਖੋ ਬਿਲਕੁਲ ਉਹਨਾਂ ਨੇ ਤਾਂ ਬਿਲਕੁਲ ਇਹ ਸਾਰਾ ਕਰ ਲਿਆ ਸੀ, ਟੈਂਕ ਆ ਗਏ ਸੀ, ਸਾਰਾ ਕੁਝ। ਇਹ ਸਾਰਾ ਕੁਝ ਉਦੋਂ ਪਿੱਛੋਂ ਨਹੀਂ ਸੀ ਹੋ ਸਕਦਾ, ਪੋਸੀਬਿਲਿਟੀ ਨਹੀਂ ਸੀ ਰਹੀ। ਸਵਾਲ ਤਾਂ ਇਹ ਹੈ ਵੀ 4 ਤਰੀਕ ਤੱਕ ਦੇ ਲਾਸਟ ਤੱਕ ਇਹਨਾਂ ਤੋਂ ਨਹੀਂ ਉਹ ਆਇਆ, ਵੀ ਲੋਕ ਨਹੀਂ ਆਏ। ਤਾਂ ਫਿਰ ਇਹਨਾਂ ਨੇ 5 ਤਰੀਕ ਨੂੰ 4 ਤੇ 5 ਦੀ ਰਾਤ ਨੂੰ ਕਮਾਂਡੋ ਭੇਜੇ ਜੀ। ਕਮਾਂਡੋ ਕੁਛ ਹਾਈਲੀ ਉਹ ਤਾਹਾਂ ਤੋਂ ਉਤਾਰੇ, ਕੁਛ ਤੇ ਇੱਧਰੋਂ ਘੰਟਾ ਘਰ ਵੱਲੋਂ ਭੇਜੇ ਗਏ। ਘੰਟਾ ਘਰ ਵੱਲੋਂ ਉਹ ਇੱਕ ਸਰਦਾਰ ਕੈਪਟਨ ਹੈ ਜਿਹੜਾ ਬਾਅਦ 'ਚ ਪਛਤਾਉਂਦਾ ਵੀ ਰਿਹਾ, ਸਾਰਾ ਕੁਛ ਮਾਫੀਆਂ ਵੀ ਮੰਗੀਆਂ ਉਹਨੇ, ਉਹਦਾ ਟਾਈਮਜ਼ ਆਫ ਇੰਡੀਆ 'ਚ ਸਾਰਾ ਆਇਆ। ਉਹ ਬੰਦੇ ਜਿਹੜੇ ਬੜੇ ਉਹਨਾਂ ਨੂੰ ਦਿਮਾਗਾਂ 'ਚ ਪਾ ਕੇ ਵੀ ਇੱਥੇ ਅੰਦਰ ਬੜਾ ਕੁਛ ਹੋ ਰਿਹਾ, ਜਿਹੜਾ ਸਾਰਾ ਅਖਬਾਰਾਂ ਨੇ ਪਾਇਆ ਸੀ। ਜਾਂ ਉੱਥੇ ਇਹ ਫੌਜ ਦੇ ਵਿੱਚ ਹਰੇਕ ਜਦੋਂ ਲੜਨ ਭੇਜੇ ਜਾਂਦੇ ਆ ਉਸ ਨੂੰ ਪਹਿਲਾਂ ਉੱਥੇ ਉਹਨੂੰ ਅਨਾਊਂਸਮੈਂਟ ਕਰਦਾ ਜਨਰਲ ਵੀ ਅੰਦਰ ਆ ਤੇ ਆਹ ਕਰਨਾ ਆਪਾਂ, ਤੇ ਉਹ ਸਾਰਾ ਕੁਛ ਕੀਤਾ। ਜੋਸ਼ ਭਰਿਆ ਜਾਂਦਾ, ਉਹ ਜਨਰਲ ਨੇ ਭਰਿਆ ਸੀ। ਉਸ ਜੋਸ਼ 'ਚੋਂ ਆਇਆ ਸੀ ਜਿਹਨੂੰ ਜਨਰਲ ਬਰਾੜ ਕਹਿੰਦਾ ਵੀ ਰਿਹਾ ਵੀ ਸਾਡੇ ਆਂਦੇ। ਉਹ ਜਦੋਂ ਅੰਦਰ ਆਏ ਤੇ ਕਮਾਂਡੋ ਆਏ ਤੇ ਲੋਕਾਂ ਦੀਆਂ, ਇਹਨਾਂ ਨੇ ਕੀ ਕੀਤਾ ਸੀ ਵੀ ਇਹਨਾਂ ਨੂੰ ਇਹ ਨਾ ਪਤਾ ਲੱਗਿਆ ਵੀ ਫਾਇਰ ਕਿੱਥੋਂ ਆ ਰਿਹਾ। ਜਿਹੜਾ ਥੱਲੇ ਜਿੱਥੇ ਪਾਣੀ ਪਿਆਉਣ ਦੀਆਂ ਲੱਗੇ ਹੋਏ ਪਾਉ ਲੱਗੇ ਹੋਏ ਕੋਨਿਆਂ ਤੇ ਉਹਦੇ ਵਿਚਾਲੇ ਇੱਕ ਪਾਈਪ ਵੀ ਸਿੱਧਾ ਜਾਂਦਾ ਪਾਣੀ ਵਾਲੀ ਇੱਕ ਬਣੀ ਵੀ ਸੀ। ਇਹਨਾਂ ਨੂੰ ਨਹੀਂ ਸੀ ਪਤਾ ਸਾਰਾ। ਉਹਦੇ ਵਿੱਚ ਦੀ ਕੁਛ ਉਹਨਾਂ ਨੇ ਆਪਦੇ ਮੋਰਚੇ ਬਣਾਏ ਹੋਏ ਸੀ ਅੰਦਰੋਂ। ਫਿਰ ਉਹ ਜਮਾਂ ਹੀ ਦਾ ਉਸ ਦੇ ਨਾਲ ਫਰਸ਼ ਦੇ ਨਾਲ ਉਸ ਲੈਵਲ 'ਤੇ ਉਹ ਗੋਲੀ ਆਉਂਦੀ ਸੀ ਉਹਨਾਂ ਦੀ ਅੰਦਰੋਂ। ਉਹਦੇ ਵਿੱਚ ਕਮਾਂਡੋ ਦੀਆਂ ਟੰਗਾਂ ਬਹੁਤ ਜ਼ਿਆਦਾ ਗੋਲੀਆਂ ਲੱਗੀਆਂ ਤੇ ਜ਼ਖਮੀ ਹੋਏ। ਉਹ ਕਮਾਂਡੋ ਉਹਨਾਂ ਦੇ ਫੇਲ ਹੋ ਗਏ। ਇੱਧਰੋਂ ਜਿਹੜੇ ਆਏ ਸੀਗੇ ਅੰਦਰੋਂ ਘੰਟਾ ਘਰ ਵੱਲੋਂ, ਉਹ ਕਮਾਂਡੋ ਵੀ ਫੇਲ ਹੋ ਗਏ। ਇਹ ਫਿਰ 5 ਦੀ 4 ਦੀ ਰਾਤ ਨੂੰ ਕਮਾਂਡੋ ਫੇਲ ਹੋ ਗਏ ਸੀ ਸਾਰੇ।
ਫਿਰ ਇਹਨਾਂ ਨੇ 5 ਨੂੰ ਦੂਜੇ ਦਿਨ ਸੋਚਿਆ ਵੀ ਇਹ ਹੁਣ ਕੀ ਕੀਤਾ ਜਾਵੇ, ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ ਇਹਨਾਂ ਦਾ। ਫਿਰ ਉਧਰਲੇ ਪਾਸੇ ਅਕਾਲੀ ਦਲ ਨੂੰ ਤਾਂ ਇਹਨਾਂ ਨੇ ਜਿਹੜਾ ਜਨਰਲ ਇੱਕ ਆਪਣਾ ਕਰਨਲ ਆਦਰਸ਼ ਸ਼ਰਮਾ ਖੰਨੇ ਤੋਂ ਆਇਆ ਹੋ ਪਿੱਛੇ, ਤੇ ਉਹਨੇ ਇੰਟਰਵਿਊਆਂ ਡੇ ਐਂਡ ਨਾਈਟ ਨੂੰ ਕਈ ਦਿੱਤੀਆਂ ਗਈਆਂ ਸਾਰੀਆਂ, ਅੱਜ ਤੋਂ 5-7 ਸਾਲ ਪਹਿਲਾਂ। ਤਾਂ ਉਹਨੇ ਕਿਹਾ ਵੀ ਸੀ ਵੀ ਮੇਰੀ ਡਿਊਟੀ ਲੱਗੀ ਸੀ ਵੀ ਤੁਸੀਂ ਸਾਰੇ ਅਕਾਲੀ ਲੀਡਰਾਂ ਨੂੰ, ਟੌੜਾ ਨੂੰ, ਲੌਂਗੋਵਾਲ ਨੂੰ, ਹੋਰ ਸਾਰੇ ਬੰਦਿਆਂ ਨੂੰ ਤੁਸੀਂ ਇਕੱਠੇ ਕਰੋ। ਉਹਨੂੰ ਤਾਂ ਇਹਨਾਂ ਨੇ ਸੇਫ ਬਾਹਰ ਕੱਢਣਾ ਸੀ। ਅਕਾਲੀ ਦਲ ਤਾਂ ਨਾ ਲੜ ਰਿਹਾ ਸੀ, ਨਾ ਕੋਈ ਗੱਲ ਸੀਗੀ, ਲੜਾਈ ਤਾਂ ਇੱਧਰ ਹੋ ਰਹੀ ਸੀ ਅਕਾਲ ਤਖਤ 'ਤੇ। ਤਾਂ ਫਿਰ ਜਦੋਂ ਫਿਰ ਇਹਨਾਂ ਨੂੰ ਪਤਾ ਨਾ ਲੱਗੇ ਵੀ ਇਹਦੇ ਕੋਲ ਕੀ ਹਥਿਆਰ ਹੈ ਤੇ ਸਾਥੋਂ ਕੰਟਰੋਲ ਨਾ ਹੋਏ, ਜਦੋਂ ਕਮਾਂਡੋਆਂ ਦਾ ਨੁਕਸਾਨ ਹੋ ਗਿਆ, ਤਾਂ ਫਿਰ ਇਹਨੇ ਗੈਸ ਵੀ ਛੱਡੀ। ਗੈਸ ਜਿਹੜੀ ਇੱਕ ਜ਼ਹਿਰੀਲੀ ਗੈਸ ਵੀ ਛੱਡੀ ਗਈ, ਜਿਹੜੀ ਕਿ UN ਨੇ ਬੰਦ ਕੀਤੀ ਹੈ ਸੈਕੰਡ ਵਰਲਡ ਵਾਰ ਦੇ ਵਿੱਚ, ਵੀ ਅੰਦਰ ਬੰਦੇ ਬੇਹੋਸ਼ ਕਰਕੇ ਹੋ ਜਾਂਦੇ ਤੇ ਫਿਰ ਤੁਸੀਂ ਉਹਨਾਂ ਨੂੰ ਜੇ ਪਾਣੀ ਜਿਵੇਂ ਛੱਡਦੇ ਆਪਾਂ ਖੁੱਡਾਂ ਦੇ ਵਿੱਚ ਚੂਹਿਆਂ ਨੂੰ ਫੜ ਲਿਆਓ, ਇਸ ਤਰੀਕੇ ਦਾ ਉਹ ਵੀ ਛੱਡੀ। ਪਰ ਇਹ ਸਾਰਾ ਕੁਛ ਉਹਨਾਂ ਦੇ ਕਾਮ ਜਾਣਾ। ਫਿਰ ਇਹਨਾਂ ਨੇ ਟੈਂਕ ਦੀ ਇੰਦਰਾ ਗਾਂਧੀ ਤੋਂ ਦੂਜੇ ਇਜਾਜ਼ਤ ਮੰਗੀ 5 ਤਰੀਕ ਨੂੰ। ਫਿਰ ਟੈਂਕ ਆਉਂਦੇ ਆ 5 ਨੂੰ ਇਜਾਜ਼ਤ ਮੰਗੀ। ਫਿਰ ਟੈਂਕ ਅਸੀਂ ਮੁੜ ਕੇ ਬਾਅਦ 'ਚ ਦਰਬਾਰ ਸਾਹਿਬ ਉੱਤੇ ਹਮਲਾ ਹੋਣ ਤੋਂ ਕੋਈ 25-30 ਦਿਨ ਬਾਅਦ ਅਸੀਂ ਸਾਰੇ ਉਹ ਟੈਂਕ ਦੇਖੇ ਆ, ਉਹਨਾਂ ਦੀਆਂ ਪ੍ਰਕਰਮਾਂ ਟੁੱਟੀ ਹੋਈ ਦੇਖੀ ਹੈ। ਕੁਛ ਤਾਂ ਇੱਧਰੋਂ ਲੰਗਰ ਵਾਲੀ ਸਾਈਡ ਤੋਂ ਐਂਟਰ ਹੋਏ ਸੀ, ਸਾਰੇ ਟੈਂਕ ਲੰਗਰ ਵਾਲੀ ਸਾਈਡ ਤੋਂ ਐਂਟਰ ਹੋਏ ਸੀਗੇ, ਤੇ ਇੱਧਰੋਂ ਟੈਂਕ ਐਂਟਰ ਹੋਏ। ਤੇ ਟੈਂਕਰ ਜਿੱਥੇ ਬਾਬਾ ਦੀਪ ਸਿੰਘ ਦੀ ਮੈਮੋਰੀਅਲ ਯਾਦਾਸ਼ਤ ਬਣੀ ਵੀ ਹੈ, ਉੱਥੇ ਖੜ ਕੇ ਉੱਥੋਂ ਥੋੜ੍ਹਾ ਜਿਹਾ ਅੱਗੇ ਤੱਕ ਉੱਥੋਂ ਟੈਂਕਾਂ ਨੇ ਸਿੱਧੀ ਫਿਰ ਬੰਬਾਰਟਮੈਂਟ ਕੀਤੀ ਸਾਰੀ। ਪਰ ਅੰਦਰੋਂ ਪੂਰਾ ਉਹ ਲੜਾਈ ਕਰਦੇ ਰਹੇ। ਇਹ ਫਿਰ ਸਾਰੀ ਜਿਹੜੀ ਕਲੀਅਰੈਂਸ ਕਹਿੰਦੇ ਆ ਵੀ ਆਪਦੇ ਫੌਜ ਦੇ ਅਸੀਂ ਸ਼ਬਦਾਂ 'ਚ ਕਹੀਏ ਤਾਂ ਇਹ 5 ਤੇ 6 ਦੀ 5 ਦੇ ਸ਼ਾਮ ਦੀ ਨੂੰ ਸ਼ੁਰੂ ਹੋਇਆ, ਰਾਤ ਨੂੰ ਹੋਈ ਹੈ ਸਾਰੀ ਗੱਲ। ਉਸ ਦਿਨ ਅਸੀਂ ਸਾਰਾ, ਮੈਂ ਗ੍ਰੀਨ ਐਵਨਿਊ 'ਚ ਰਹਿੰਦਾ ਸੀ, ਅਸੀਂ ਵੀ ਛੱਤਾਂ 'ਤੇ ਆਪਦੇ ਕੋਠਿਆਂ 'ਤੇ ਛੱਤਾਂ 'ਤੇ ਤਾਂ ਉੱਪਰ ਸੀ ਖੜੇ ਦੇਖ ਰਹੇ ਸੀ। ਉਦੋਂ ਫਿਰ ਕੀ ਕਰਦੇ, ਪਹਿਲਾਂ ਇਹ ਕੋਈ ਸਰਚ ਲਾਈਟ ਸੁੱਟਦੇ ਹੁੰਦੇ ਸੀਗੇ ਜਿਹਦੇ ਨਾਲ ਸਾਰਾ ਅਸਮਾਨ ਲਾਲ ਹੋ ਜਾਂਦਾ। ਉਹ ਸਾਨੂੰ ਉੱਥੇ ਵੀ 2 ਕਿਲੋਮੀਟਰ 3 ਕਿਲੋਮੀਟਰ ਦੂਰ ਬੈਠਿਆਂ ਨੂੰ ਉਹ ਸਰਚ ਲਾਈਟ ਸਾਰੀ ਦਿਖਾਈ ਦਿੰਦੀ ਹੁੰਦੀ ਸੀ ਸਾਰਾ, ਵੀ ਆਹ ਸਰਚ ਲਾਈਟ ਛੱਡੀ। ਉਦੋਂ ਪਿੱਛੋਂ ਆਵਾਜ਼ ਆਉਂਦੀ ਗੋਲੀਆਂ, ਟੈਂਕ ਦੇ ਗੋਲਿਆਂ ਦੀ, ਸਾਨੂੰ ਪਤਾ ਸੀ ਉਦੋਂ ਪਿੱਛੋਂ ਟੈਂਕ ਦੇ ਗੋਲੇ ਆ। ਤਾਂ ਫਿਰ ਇਹ ਟੈਂਕ ਦੇ ਗੋਲੇ ਛੱਡ ਕੇ ਉਹਨਾਂ ਨੇ ਫਿਰ 5 ਤੇ 6 ਦੀ ਰਾਤ ਵਿੱਚ ਫਿਰ ਇਹਨਾਂ ਨੇ ਇਹ ਮੋਰਚੇ ਜਿਹੜੇ ਸੀ ਅੰਦਰੋਂ ਦੇ ਸੀਗੇ, ਖਾਸ ਕਿਸਮ ਦੇ ਬਣਾਏ ਹੋਏ ਮੋਰਚੇ ਸੀ, ਜਨਰਲ ਸ਼ਬੇਗ ਸਿੰਘ ਦੀ ਇੰਸਟਰਕਸ਼ਨ ਥੱਲੇ ਸੀ ਸਾਰਾ ਕੁਛ। ਉਦੋਂ ਫਿਰ ਉਹਨਾਂ ਨੇ ਤੋੜੇ ਸਾਰੇ। ਅਕਾਲ ਤਖਤ ਢਹਿ ਢੇਰੀ ਹੋ ਗਿਆ ਸੀ। ਤੇ ਸਵੇਰ ਤੱਕ ਜਿਹੜਾ ਸ਼ਬੇਗ ਸਿੰਘ ਆ ਉਹ ਤਾਂ 5 ਦੀ ਸ਼ਾਮ ਨੂੰ ਹੀ ਕਿਸੇ ਪਾਸੇ ਉਹਦਾ ਮੋਰਚੇ 'ਚ ਸੀਗਾ। ਉਹ ਮੋਰਚੇ ਸੀਗਾ ਇੱਧਰਲੇ ਪਿਛਲੇ ਪਾਸੇ ਅਕਾਲ ਤਖਤ ਦੇ, ਜਿੱਥੇ ਜੇ ਆਪਣੇ ਨਿਸ਼ਾਨ ਸਾਹਿਬ ਦੋਨੋਂ ਲੱਗੇ ਆ, ਉਧਰਲੀ ਸਾਈਡ ਤੇ ਸੀ ਮੀਰੀ ਪੀਰੀ ਦੇ, ਉੱਥੇ ਸੀ ਸਾਰਾ। ਉਹ ਤਾਂ ਫਿਰ ਜ਼ਖਮੀ ਹੋ ਗਿਆ ਸੀ। ਫਿਰ ਆ ਕੇ ਅਕਾਲ ਤਖਤ ਦੀ ਬੇਸਮੈਂਟ 'ਚ ਉਹਦੀ ਬੋਡੀ ਲੇਟ ਮਿਲੀ ਆ ਸਾ। ਤੇ ਉਦੋਂ ਪਿੱਛੋਂ ਫਿਰ ਜਦੋਂ ਇਹ ਗੱਲ ਸ਼ੁਰੂ ਹੋਈ ਤਾਂ ਫਿਰ ਉਹ ਗੋਲਾਬਾਰੀ ਇੰਨੀ ਹੋਈ 6 ਦੀ ਰਾਤ ਨੂੰ ਵੀ ਫਿਰ ਸਾਰਾ ਮਿੱਟੀ ਧੁੰਦ ਫਿਰ ਸਾਰਾ ਹੋ ਗਿਆ। ਫਿਰ ਬੇਸਮੈਂਟ 'ਚ ਵੀ ਬੰਦਿਆਂ ਨੂੰ ਰੁਕਣਾ ਜਾਂ ਉੱਥੋਂ ਅੰਦਰੋਂ ਗੋਲੀਆਂ ਜਾਂ ਜਿਹੜੇ ਮੋਰਚੇ ਅੰਦਰ ਦੇ ਸੀ ਉੱਥੋਂ ਚਲਾਉਣੇ ਬਹੁਤ ਮੁਸ਼ਕਲ ਹੋ ਗਿਆ ਅੰਦਰੋਂ ਗੋਲੀਆਂ ਚਲਾਉਣੀਆਂ। ਫਿਰ ਉਹ ਬਾਹਰ ਨਿਕਲੇ, ਸੰਤ ਨਿਕਲਿਆ ਬਾਹਰ, ਉਹਦੇ ਪਿੱਛੇ ਭਾਈ ਅਮਰੀਕ ਸਿੰਘ ਆਇਆ। ਤਾਂ ਫਿਰ ਜਦੋਂ ਇਹ ਕਿਹਾ ਜਾਂਦਾ ਜਾਂ ਬਹੁਤ ਬੰਦੇ, ਹੁਣ ਤਾਂ ਇਨਫੋਰਮੇਸ਼ਨ ਆ ਗਈ ਹੈ ਸਾਰੀ, ਉਹ ਜਦੋਂ ਮੀਰੀ ਪੀਰੀ ਦੇ ਉਹ ਸਾਹਮਣੇ ਆ ਕੇ ਮੀਰੀ ਪੀਰੀ ਦੇ ਜਿੱਥੇ ਨਿਸ਼ਾਨ ਸਾਹਿਬ ਆ ਉਹਨਾਂ ਦੇ ਨੇੜੇ ਪਹੁੰਚੇ, ਫਿਰ ਉਹਨਾਂ ਦੇ ਗੋਲੀ ਪਿੱਛੇ ਤੋਂ ਉਧਰੋਂ ਸਾਹਮਣਿਓਂ ਟੈਂਕ ਵਾਲੀ ਸਾਈਡ ਤੋਂ ਕਈ ਪਾਸਿਆਂ ਤੋਂ ਆ ਰਹੀ ਸੀ, ਉਦੋਂ ਗੋਲੀ ਵੱਜੀ। ਉੱਥੇ ਸੰਤ ਸ਼ਹੀਦ ਹੋਇਆ 6 ਤਰੀਕ ਨੂੰ ਸਵੇਰੇ। 6 ਤਰੀਕ ਦੀ ਬਹੁਤ ਅਰਲੀ ਕਿਤੇ ਜਾ ਕੇ ਕਿਸੇ ਵੇਲੇ, ਇਹ ਹੁਣ ਕੋਈ ਕਹਿੰਦਾ 9-10 ਵਜੇ ਨਿਕਲ ਕੇ ਬਾਹਰ ਦਿਨੇ ਵੀ ਨਿਕਲੇ ਵੀ ਹੁਣ ਤਾਂ ਸ਼ਹੀਦੀਆਂ ਪਾਉਣੀਆਂ ਪਏ, ਹੁਣ ਬਾਹਰ ਆ ਜਾਓ। ਤੇ ਉਦੋਂ ਫਿਰ ਸੰਤ ਨਾਲ ਇੱਕ ਜਥਾ ਵੀ ਨਿਕਲਿਆ ਬਾਹਰ, ਉੱਥੇ ਖੜ ਕੇ ਸ਼ਹੀਦੀ ਪਾਈ ਹੈ। ਪਰ 6 ਦਾ ਇਹ ਟਾਈਮ ਹੈ ਵੀ ਉਹ ਸਵੇਰੇ ਮਾਰਨਿੰਗ 5-6 ਵਜੇ ਤੋਂ ਲੈ ਕੇ 9 ਵਜੇ ਤੱਕ ਕਿਹੜੇ ਦੌਰ ਦੇ ਵਿੱਚ ਉਹ ਨਿਕਲ ਕੇ ਗਏ, ਇਹ ਥੋੜ੍ਹਾ ਜਿਹਾ ਗੈਪ ਹੈ। ਜਿੱਥੇ ਉੱਥੇ ਜਿਹੜੇ ਨਾਲ ਦੇ 10 ਵਜੇ ਤੱਕ ਸਭ ਕੁਝ ਜਿੰਨੇ ਵੀ ਸੰਤਾਂ ਦੇ ਨਾਲ ਲੋਕ ਸਾਰਾ ਕਲੀਅਰ ਹੋ ਗਿਆ ਸੀ। 6 ਤਰੀਕ ਨੂੰ ਸਾਨੂੰ ਵੀ ਪਤਾ ਲੱਗ ਗਿਆ ਸੀਗਾ, ਮੈਨੂੰ ਵੀ ਉੱਥੇ ਸੋਰਸ ਤੋਂ ਕਿਸੇ ਤੋਂ ਵੀ ਉਹ ਵੀ ਸੰਤ ਸ਼ਹੀਦੀ ਪਾ ਗਏ ਆ ਸਾਰਾ ਕੁਝ। ਪਰ ਦੂਜੇ ਦਿਨ 7 ਤਰੀਕ ਨੂੰ ਜਾ ਕੇ ਰੇਡੀਓ ਨੇ ਅਨਾਊਂਸ ਕੀਤਾ ਸਵੇਰ ਵੇਲੇ, ਪਹਿਲਾਂ ਸੰਤ ਦਾ ਅਨਾਊਂਸ ਨਹੀਂ ਕੀਤਾ ਸਾਰਾ ਕੁਝ।
ਹਾਂ, ਇਹ ਪਤਾ ਲੱਗਾ ਵੀ ਉਦੋਂ ਪਿੱਛੋਂ ਬੌਡੀ ਆ ਜਿਹੜੀ ਸੰਤ ਦੀ, ਉਹ ਜਿਹੜਾ ਘੰਟਾ ਘਰ ਹੈ ਉਹਦੇ ਨਾਲ ਜਿਹੜਾ ਪਲੇਟਫਾਰਮ ਜਾਂ ਉੱਪਰ ਉੱਥੇ ਬੌਡੀ ਰੱਖੀ ਵੀ ਸੀ ਸਾਰੇ। ਫਿਰ ਉਹਦਾ ਭਰਾ ਹਰਚਰਨ ਸਿੰਘ ਨੂੰ ਫਿਰ ਉਹ ਵੀ ਫੌਜ ਸੀ, ਜਲੰਧਰੋਂ ਲਿਆਂਦਾ ਗਿਆ, ਉਹ ਤੋਂ ਆਇਡੈਂਟੀਫਿਕੇਸ਼ਨ ਪਾਈ, ਕਈ ਪੁਲਿਸ ਵਾਲਿਆਂ ਨੇ ਆਇਡੈਂਟੀਫਿਕੇਸ਼ਨ ਪਾਈ ਜਿਹੜੇ ਜਾਣਦੇ ਸੀਗੇ, ਤੇ ਪੰਜਾਬ ਪੁਲਿਸ ਦੇ ਬੰਦੇ ਸੀ, ਤੇ ਇੱਕ CRP ਵਾਲੇ ਨੇ ਵੀ ਆਇਡੈਂਟੀਫਿਕੇਸ਼ਨ ਜਿਹੜਾ ਉੱਥੇ ਕਿਤੇ ਪਹਿਲਾਂ ਕਾਫੀ ਦੇਰ ਦਾ ਕੰਮ ਕਰਦਾ ਸੀ। ਇਹ ਹੁਣ ਉਹ ਜਿਹੜੇ ਬੰਦੇ ਸੀ ਬਾਅਦ ਜਿਨ੍ਹਾਂ ਨੇ ਆਇਡੈਂਟੀਫਿਕੇਸ਼ਨ ਪਾਈ ਅਸੀਂ, ਉਹ ਪੁਲਿਸ ਵਾਲੇ ਸਾਨੂੰ ਉਦੋਂ ਪਿੱਛੋਂ ਮਿਲਦੇ ਵੀ ਹੁੰਦੇ ਸੀ, ਤੇ ਉਹ ਮਜ਼ਾਕ ਕਰਦੇ ਹੁੰਦੇ ਸੀ ਵੀ ਇਹਨੇ ਪਛਾਣਿਆ, ਤੇ ਉਹ ਇੱਕ ਪੁਲਿਸ ਵਾਲੇ ਨੂੰ ਇਹੋ ਜਿਹੇ ਮਜ਼ਾਕ ਆਪਸ ਵਿੱਚ ਹੀ ਚੱਲਦੇ ਹੁੰਦੇ ਸੀ, ਤੇ ਇਸ ਕਰਕੇ ਉਹ ਪਛਾਣ ਦੇ ਪਿੱਛੋਂ ਫਿਰ ਸੰਤ ਦੀ ਸੰਸਕਾਰ ਕੀਤਾ ਗਿਆ। ਇਹ ਜਿਹੜੇ ਤੁਹਾਡੇ ਸੰਤਾਂ ਦੇ ਕਿੰਨੇ ਕੀ ਹੈਗੇ ਸੀ ਜੀ ਜਿਹੜੇ ਨਾਲ? ਉਹ ਕੋਈ ਗਿਣਤੀ ਨਹੀਂ ਅਸੀਂ ਕਹਿ ਸਕਦੇ, ਅੰਦਾਜ਼ਾ ਹੀ ਆ ਵੀ 5 ਸੀ, 10 ਸੀ ਬੰਦੇ, ਕਿੰਨੇ ਸੀ ਭਾਈ ਅਮਰੀਕ ਸਿੰਘ ਟੋਟਲ ਕਿੰਨੀ ਕੀ ਟੋਟਲ ਇਹ ਹੈ ਕੈਜੂਅਲਟੀ ਆਰਮੀ ਸਾਈਡ ਤੋਂ ਦੂਜੀ ਸਾਈਡ? ਟੋਟਲ ਇਹ ਹੈ, ਟੋਟਲ ਪਹਿਲੀ ਗੱਲ ਤਾਂ ਸਾਨੂੰ ਇਹ ਧਿਆਨ 'ਚ ਰੱਖਣ ਵਾਲੀ ਗੱਲ ਹੈ, ਕੋਈ ਬਹੁਤੇ ਬੰਦੇ ਅੰਦਰੋਂ ਲੜੇ ਨਹੀਂ ਜਿਹੜੇ ਅਕਾਲ ਤਖਤ ਤੋਂ ਲੜੇ ਆ, 100 ਸਵਾ 100 ਬੰਦਾ ਸੀ ਸਾਰਾ। ਇਹ ਗੁਰਬਚਨ ਜਗਤ ਜਿਹੜਾ ਉਸ ਵੇਲੇ ਪੰਜਾਬ CID ਦਾ IG ਸੀਗਾ, ਉਸ ਦੇ ਉਹਨੇ ਫਿਰ ਆਰਟੀਕਲ ਹਿੰਦੁਸਤਾਨ ਟਾਈਮ 'ਚ ਲਿਖਿਆ 12 'ਚ। ਉਹ ਆਰਟੀਕਲ ਵਿੱਚ ਉਹਨੇ ਖੁਦ ਕਿਹਾ ਵੀ ਸਾਡੇ ਸਾਰੇ ਜਿੰਨੇ ਅੰਦਰਲੇ ਲੜ ਰਹੇ ਸੀ ਉਹਨਾਂ ਦਾ ਪ੍ਰੋਫਾਈਲ ਸਾਡੇ ਕੋਲ ਸੀ, ਫਾਈਲਾਂ ਬਣੀਆਂ ਹੋਈਆਂ ਸੀ ਸਾਰੀਆਂ, ਤੇ ਉਸ ਫਾਈਲਾਂ ਦੇ ਵਿੱਚ ਸਭ ਕੁਝ ਸਾਨੂੰ ਪਤਾ ਸੀ ਵੀ ਅੰਦਰੋਂ ਇੰਨੇ ਬੰਦੇ ਲੜਨ ਵਾਲੇ, ਤੇ ਉਹਨੇ 100 ਤੋਂ ਲੈ ਕੇ 125 ਤੱਕ ਲੜਨ ਵਾਲਿਆਂ ਦੀ ਗਿਣਤੀ ਦਿੱਤੀ ਹੈ। ਇੱਕ ਜਿਹੜਾ ਜਿਹਨੂੰ ਜਨਰਲ ਬਰਾੜ ਕਹਿ ਲਓ, ਬੁਲਬੁਲ ਬਰਾੜ ਕਹਿ ਲਓ, ਉਹ ਵੀ ਭੁਲੇਖੇ 'ਚ ਮਾਰਿਆ ਗਿਆ ਕਿ ਉਧਰ ਪਾਸੇ ਵੀ ਜਰਨੈਲ ਸੁਬੇਗ ਸਿੰਘ ਉਹਨੇ ਬੜੀ ਤਿਆਰੀ ਕੀਤੀ ਹੋਈ, ਜਿਹਨੇ ਮੁਕਤੀ ਮੋਰਚੇ 'ਚ ਬੜੀ ਦੇਸ਼ ਦਾ ਨਾਮ ਰੋਸ਼ਨ ਕੀਤਾ, ਬਾਅਦ 'ਚ ਜਿਸ ਤਰ੍ਹਾਂ ਗੌਰਮੈਂਟ ਆਫ ਇੰਡੀਆ ਨੇ ਉਹਨਾਂ ਨੂੰ ਜਲੀਲ ਕੀਤਾ ਗਿਆ ਜੀ। ਨਹੀਂ ਵੇਖੋ, ਇਹ ਤਾਂ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਸੀ, ਬੇਸ਼ੱਕ ਤੋਂ ਟੈਂਕੀ ਲੈ ਆਉਂਦੇ ਸੀ, ਭਾਵੇਂ ਸਾਰਾ ਉਹਨਾਂ ਨੂੰ ਦਰਬਾਰ ਸਾਹਿਬ ਪੱਧਰਾ ਕਰਨਾ ਪੈਂਦਾ, ਢਾਉਣਾ ਪੈਂਦਾ, ਉਹ ਤਾਂ ਇਸ ਹੱਦ ਤੱਕ ਜਾ ਸਕਦੇ ਸੀ, ਇਸ ਹੱਦ ਤੱਕ ਉਹ ਤਾਂ ਜਾ ਹੀ ਰਹੇ ਸੀਗੇ, ਉਹਦਾ ਤੋੜ ਹੀ ਦਿੱਤਾ ਸੀ ਸਾਰਾ, ਜਿੰਨਾ ਕੁ ਲੋੜ ਸੀ ਤੋੜ ਸੀ। ਇਹ ਨਹੀਂ ਸੀ ਵੀ ਉੱਥੇ ਕੋਈ ਜਿੱਤ ਜਾਣਾ ਸੀਗਾ ਸੰਤ ਵਾਲੇ ਪਾਸਿਆਂ ਨੇ, ਇਹ ਬੰਦਿਆਂ ਨੇ ਜਥੇ ਨੇ ਜਿੱਤ ਜਾਣਾ ਸੀ। ਸਵਾਲ ਇਹ ਵੀ ਇਹਦੇ ਵਿੱਚ ਕੈਜੂਅਲਟੀ ਫੌਜ ਦੀ ਬਹੁਤ ਹੋਈ, ਫੌਜ ਨੂੰ 72 ਘੰਟੇ ਲੜਾਈ ਦਿੱਤੀ। ਦੇਖੋ ਕੋਸ਼ਿਸ਼ ਇਹ ਸੀਗੀ ਵੀ ਅਸੀਂ 3 ਘੰਟਿਆਂ 'ਚ ਕਰ ਲਵਾਂਗੇ ਸਾਰਾ ਇੰਤਜ਼ਾਮ, ਜਿਹੜਾ ਦੇਖਣ ਵਾਲੀ ਗੱਲਬਾਤ ਇਹ ਆ 3 ਘੰਟਿਆਂ ਵਿੱਚ ਇਹ ਮਿੱਥਿਆ ਸੀਗਾ। ਇੱਥੋਂ ਤੱਕ ਸੀ ਵੀ ਅਸੀਂ 4 ਨੂੰ ਜਦੋਂ ਅੰਦਰ ਗਏ ਤੇ ਸਾਰਿਆਂ ਨੂੰ ਅਸੀਂ ਫੜ ਲਿਆਵਾਂਗੇ, ਜਿਵੇਂ ਬੱਤਕ ਫੜ ਕੇ ਲੈ ਉਹਨੇ ਇਸ ਕਿਸਮ ਦੇ ਜਾ ਕੇ ਫੜ ਲਿਆਵਾਂਗੇ ਇਹਨਾਂ ਨੂੰ ਅੰਦਰੋਂ, ਤੇ ਫਿਰ ਆ ਕੇ ਫਿਰ ਅਸੀਂ ਪਤਾ ਹੀ ਨਹੀਂ ਲੱਗਣ ਦੇਣਾ, ਰਾਤੇ ਰਾਤ ਸਵੇਰ 4 ਵਜੇ ਤੱਕ 3 ਵਜੇ ਤੱਕ ਕੰਮ ਨਿਬੇੜ ਦਿਆਂਗੇ। 4 ਵਜੇ ਮਰਜ਼ਾਦਾ ਸ਼ੁਰੂ ਹੁੰਦੀ ਹੈ ਹਰਿਮੰਦਰ ਸਾਹਿਬ ਦੇ ਵਿੱਚ, ਉਦੋਂ ਅਸੀਂ ਸਫਾਈ ਵੀ ਕਰਾ ਲਾਂਗੇ। ਸਫਾਈ ਵਾਲਿਆਂ ਦਾ ਵੀ ਇੰਤਜ਼ਾਮ ਕੀਤਾ ਵਾ ਸੀ, ਸਫਾਈ ਵਾਲੇ ਬੰਦੇ ਨਾਲ ਰੱਖੇ ਵੇ ਸੀ ਸਾਰੇ ਫੌਜ ਨੇ ਉਦੋਂ, ਵੀ ਸਫਾਈ ਕਰਾ ਕੇ ਸਾਰਾ, ਤੇ ਰਾਗੀ ਢਾਡੀ ਦਾ ਵੀ ਅਰੇਂਜਮੈਂਟ ਕੀਤਾ ਵਾ ਸੀ ਵੀ ਅਸੀਂ ਇਹਨਾਂ ਤੋਂ ਫਿਰ ਦੁਬਾਰਾ ਸ਼ੁਰੂ ਕਰਵਾ ਦਿਆਂਗੇ ਪ੍ਰੋਗਰਾਮ। ਤੇ ਪਰ ਇਹ ਕਿੱਥੇ ਕਿਸੇ ਸੀ 2.5 ਘੰਟਿਆਂ ਦਾ ਆਪਰੇਸ਼ਨ ਹੈ ਸਾਡਾ, ਕਿਤੇ 72 ਘੰਟੇ ਲੱਗੇ। ਅੱਛਾ, ਦਰਬਾਰ ਸਾਹਿਬ ਜਿੱਥੇ ਮਹਾਰਾਜ ਦੀ ਪਰਿਕਰਮਾ ਉੱਥੇ ਵੀ ਗੋਲੀਆਂ ਲੱਗੀਆਂ ਗੁਰੂ ਸਾਹਿਬ ਨੂੰ? ਤਾਂ ਉੱਥੇ ਵੀ ਲੱਗੀਆਂ ਗੋਲੀਆਂ, ਤਾਂ ਚਲੋ ਲੱਗਣੀਆਂ ਸੀ, ਘੱਟ ਲੱਗੀਆਂ, ਕਿਉਂਕਿ ਇਹ ਇੰਸਟਰਕਸ਼ਨਾਂ ਸੀ ਵੀ ਇਹਨੂੰ ਬਚਾਉਣਾ, ਇਹਦੇ ਤੇ ਅਟੈਕ ਨਹੀਂ ਕਰਨਾ। ਕਿਉਂਕਿ ਸਵਾਲ ਇਹ ਹੈ, ਅਕਾਲ ਤਖਤ ਹੈ ਜਿਹੜਾ, ਅਕਾਲ ਤਖਤ ਸਿੰਬੋਲਾਈਜ਼ ਕਰਦਾ, ਪ੍ਰਤੀਕ ਹੈ ਇੱਕ ਰਾਜ ਤਖਤ ਦਾ, ਇੱਕ ਦਰਬਾਰ ਦਾ, ਰਾਜ ਸੱਤਾ ਦਾ ਪ੍ਰਤੀਕ ਹੈ। ਇਸ ਕਰਕੇ ਅਟੈਕ ਹੀ ਉਹਦੇ ਤੇ ਕਰਨਾ ਸੀ। ਤੇ 1606 ਦੇ ਵਿੱਚ ਹਰਗੋਬਿੰਦ ਸਾਹਿਬ ਨੇ ਬਣਾਇਆ ਹੀ ਇਸੇ ਕਰਕੇ ਸੀ, ਲਾਹੌਰ ਦਰਬਾਰ ਦੇ ਮੁਕਾਬਲੇ ਵਿੱਚ, ਤੇ ਉਹ ਤੋਂ ਉੱਚਾ ਬਣਾਇਆ ਸੀ। ਉਹਦੇ ਤੇ ਹਥਿਆਰ ਬੁਲਾਏ, ਕਿਹਾ ਸੀ, ਸੱਦਾ ਦਿੱਤਾ ਸੀ ਵੀ ਹਥਿਆਰ ਲਿਆਓ, ਤੇ ਆਪ ਗੁਰੂ ਸਾਹਿਬ ਕਲਗੀ ਲਾ ਕੇ ਉਸ ਤਖਤ ਤੇ ਬੈਠੇ ਸੀਗੇ। ਤੇ ਇਸ ਕਰਕੇ ਸੱਤਾ ਦਾ ਜਿਹੜਾ ਚੈਲੰਜ ਕਰਨ ਵਾਲਾ ਦਿੱਲੀ ਦੇ ਬਰਾਬਰ ਦਾ ਤਖਤ ਸੀ, ਉਹ ਅਕਾਲ ਤਖਤ ਸੀ। ਇਸੇ ਕਰਕੇ ਲੜਾਈ ਅਕਾਲ ਤਖਤ 'ਚ ਹੋਈ। ਅਸੀਂ ਇੱਕ ਹੋਰ ਜਿਹੜਾ ਕਹਿ ਰਹੇ ਕਿ ਕਈਆਂ ਨੇ ਸਰੈਂਡਰ ਵੀ ਕਰਤਾ ਸੀ, ਉਹਨਾਂ ਦੀਆਂ ਬਾਹਾਂ ਬੰਨੀਆਂ ਸੀ, ਉਹ ਵੀ ਮਾਰੇ ਗਏ ਸੀ। ਨਹੀਂ, ਬਾਹਾਂ ਤਾਂ ਉਹਨਾਂ ਨੇ ਮਾਰੀਆਂ, ਬੰਨ ਕੇ ਮਾਰੇ। ਵੇਖੋ ਸਾਰਿਆਂ ਨੂੰ ਬੜੇ ਨੇੜਿਓਂ ਮਾਰਿਆ ਸਾਰਾ ਕੁਛ। ਇਹ ਤਾਂ ਹੁਣ ਆਦਰਸ਼ ਸ਼ਰਮਾ ਕਹਿੰਦਾ ਵੀ ਅਸੀਂ 5 ਤਰੀਕ ਦੀ ਸ਼ਾਮ ਨੂੰ ਮੈਂ ਲੈ ਗਿਆ ਸੀ ਇਹਨਾਂ ਨੂੰ, ਲੀਡਰਸ਼ਿਪ ਨੂੰ ਅਸੀਂ, ਉਹ ਜਿਹੜਾ APC ਹੁੰਦਾ, ਜਿਹੜੇ ਇੱਕ ਟੈਂਕ ਜੇ ਟਾਈਪ ਹੀ ਹੁੰਦਾ, ਜਿਹਦੇ 'ਚ ਉਹਦੇ ਸੀਟਾਂ ਘੱਟ ਸੀਗੀਆਂ, ਤੇ ਬੀਬੀ ਅਮਰਜੀਤ ਕੌਰ ਮੱਲੋ ਜੋਰੀ ਮੇਰੇ ਨਾਲ ਬੈਠਣ ਦੀ ਕੋਸ਼ਿਸ਼ ਕੀਤੀ, ਉਹਨੇ ਅਸੀਂ ਬਹਾ ਕੇ ਲਗਾਏ ਉਹਨੂੰ ਵੀ, ਤੇ ਉਹ ਬੜੀ ਰੋ ਰਹੀ ਸੀ। ਤੇ ਇਸ ਕਰਕੇ ਉਹ ਸਾਰਾ ਕੁਛ ਹੈਗਾ, ਸਾਰਾ ਕੁਛ ਉਹ ਤਾਂ ਲੈ ਕੇ ਗਏ ਸੀ, ਉੱਧਰ ਇੰਤਜ਼ਾਮ ਸੀ। ਫਿਰ ਉਦੋਂ ਪਿੱਛੋਂ ਇਹਦੇ ਵਿੱਚੋਂ ਇੱਕ ਬ੍ਰਿਗੇਡੀਅਰ ਦੀ, ਜਿਹੜਾ ਬ੍ਰਿਗੇਡੀਅਰ ਹੋਇਆ ਉਦੋਂ ਪਿੱਛੋਂ ਗਰਾਇਆ, ਓਂਕਾਰ ਸਿੰਘ ਗਰਾਇਆ, ਉਹਦੀ ਕਿਤਾਬ ਵੀ ਆ ਗਈ, ਉਹਨੇ ਵੀ ਇਹ ਸਾਰਾ ਕੁਛ ਲਿਖਿਆ। ਪਰ ਇਹ ਹੈ ਜਿਹੜੀ ਗੱਲ ਸਮਝਣ ਵਾਲੀ ਗੱਲ ਹੈ ਵੀ ਗਰਮੀ ਬਹੁਤ ਜ਼ਿਆਦਾ ਸੀ, ਪਾਣੀ ਦਾ ਇੰਤਜ਼ਾਮ ਨਹੀਂ ਸੀ। ਸਭ ਤੋਂ ਵੱਡੀ ਗੱਲ ਇਹ ਹੈ ਬਦਲੇਖੋਰੀ ਦੀ ਗੱਲ। ਇਹ ਦੇਖੋ, ਰੈੱਡ ਕਰਾਸ ਸੈਕੰਡ ਵਰਲਡ ਵਾਰ ਵਿੱਚ ਦੁਨੀਆ ਸਾਰੀ ਵਿੱਚ ਰੈੱਡ ਕਰਾਸ ਜਾਂਦੀ ਹੈ, ਜ਼ਖਮੀਆਂ ਨੂੰ ਚੱਕ ਲਿਆਉਂਦੀ ਹੈ, ਰੈੱਡ ਕਰਾਸ ਨਹੀਂ ਸੀ ਅੰਦਰ ਅਲਾਓ ਕੀਤੀ। ਪਾਣੀ ਨਹੀਂ ਸੀ ਮਿਲਦਾ, ਬਹੁਤੇ ਬੰਦੇ ਪਿਆਸ 'ਚ ਮਰੇ।
ਤੇ ਫਿਰ ਲੋਕਾਂ ਨੂੰ ਪੁਆਇੰਟ ਨੇੜੇ ਤੋਂ ਬਾਹਾਂ ਬੰਨ ਕੇ ਨੇੜੇ ਤੋਂ ਬਾੜਿਆ, ਕੋਲਡ ਬਲੱਡਡ ਮਰਡਰ ਕਹਿੰਦੇ ਅਸੀਂ, ਉਹ ਕੀਤੇ ਇਹਨਾਂ ਨੇ। ਬੇਕਸੂਰ ਸ਼ਰਧਾਲੂ ਵੀ ਕਾਫੀ ਮਾਰੇ, ਬੇਕਸੂਰੇ ਸੀ ਸਾਰੇ। ਜਿਵੇਂ ਮੈਨੂੰ ਐਸਜੀਪੀਸੀ ਦੇ ਬਹੁਤ ਮੁਲਾਜ਼ਮ ਜਾਣਦੇ ਸੀ, ਉਹਨਾਂ ਵਿੱਚੋਂ ਬਹੁਤੇ ਜਿਹੜੇ ਮੈਨੂੰ ਜਾਣਦੇ ਸੀ ਉਹ ਹੈ ਨਹੀਂ, ਮੈਂ ਮੁੜ ਕੇ ਦੇਖੇ ਹੀ ਨਹੀਂ। ਮੁੜ ਕੇ ਸਾਰੇ ਉਹਨਾਂ ਚੋਂ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ, ਤੇ ਕਿਸੇ ਨੂੰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ, ਦਿੱਤਾ ਹੀ ਨਹੀਂ ਮੌਕਾ। ਜਦੋਂ ਹੁਣ ਗੁਰੂ ਅਰਜਨ ਦੇਵ ਜੀ ਸ਼ਹੀਦੀ ਕਰਕੇ ਲੋਕ ਆਏ ਹੋਏ ਸੀ, ਇਸ ਕਰਕੇ ਕਿਹਾ ਜਾਂਦਾ ਵੀ 1200 1300 ਬੰਦਾ ਉਸ ਦਿਨ ਮਾਰਿਆ ਗਿਆ। ਅੱਜ ਕੱਲ੍ਹ ਜਿਹੜੇ ਆ ਰਹੇ ਆ ਰਿਕਾਰਡ ਕਿਤਾਬਾਂ 'ਚ ਆ ਰਿਹਾ ਸਾਰਾ, ਪਰ ਸਾਡੇ ਮੁਤਾਬਕ 3-4 ਹਜ਼ਾਰ ਬੰਦਾ ਅੰਦਰ ਮਾਰਿਆ ਗਿਆ। ਤੇ ਅੰਦਰ ਮਾਰਿਆ ਗਿਆ ਫੌਜ ਦੇ, ਹੁਣ ਇਹਨਾਂ ਨੇ 84 ਕਿਹਾ ਸੀ, ਸਾਡੇ 84 ਬੰਦੇ 80-84 ਮਾਰੇ ਗਏ ਆ ਸਾਰੇ, ਪਰ ਸਾਨੂੰ ਲੱਗਦਾ ਵੀ ਇਹਦੇ ਜ਼ਿਆਦਾ ਮਾਰੇ ਗਏ ਸੀ, ਕਿਉਂਕਿ ਕੁਛ ਚਿਰ ਬਾਅਦ ਇਸ ਨੇ ਕਿਹਾ ਸੀ ਵੀ ਸਾਡੀ ਰਾਜੀਵ ਗਾਂਧੀ ਨੇ ਵੀ ਕੈਜੂਅਲਟੀ 700 ਬੰਦਾ ਮਾਰਤਾ, ਇੱਕ ਵਾਰੀ ਕਿਸੇ ਸਪੀਚ 'ਚ ਕਿਹਾ ਉਸਨੇ, ਤਾਂ ਕੈਜੂਅਲਟੀ ਜ਼ਿਆਦਾ ਸੀ, ਇਸ ਤੋਂ ਕੋਈ ਸ਼ੱਕ ਵਾਲੀ ਗੱਲ ਨਹੀਂ ਸੀ। 286 ਜ਼ਖਮੀ ਕਿਹਾ ਸੀਗਾ ਫੌਜੀ ਹੋਏ, ਤਾਂ ਜ਼ਿਆਦਾ ਵੀ ਹੋ ਸਕਦੇ ਆ। ਤੇ ਇਸ ਕਰਕੇ ਇਹ ਸਾਰਾ ਕੁਝ ਥੋੜ੍ਹਾ ਜਿਹਾ ਵੱਡਾ ਲੈਵਲ 'ਤੇ ਹੋ ਗਿਆ। ਪਰ 80 ਬੰਦੇ 72 ਘੰਟੇ ਲੜਾਈ ਦੇਣੀ, ਤੁਹਾਡਾ 80 ਜਾਂ 100 ਬੰਦਾ ਫੌਜ ਦਾ ਮਾਰ ਵੀ ਦੇਣਾ ਜੇ ਅਸੀਂ ਵਕਤ, ਤੇ ਉਹ 300 ਬੰਦਾ ਤੁਹਾਡਾ ਜ਼ਖਮੀ ਵੀ ਕਰ ਦੇਣਾ, 400 ਬੰਦਾ ਸਾਰਾ ਕੁਝ ਕਰਕੇ, ਇਹ ਕੋਈ ਛੋਟੀ ਗੱਲ ਨਹੀਂ ਸੀ। ਅੱਛਾ, ਜਿਹੜੇ ਇੱਕ ਹੋਰ ਸਿੱਖ ਲਾਇਬ੍ਰੇਰੀ ਰੈਫਰੈਂਸ, ਉਹਦਾ ਵੀ ਬੜਾ ਰਹਿੰਦਾ ਕਿ ਵਾਪਸ ਹੋਈ ਕਿ ਨਹੀਂ ਹੋਈ, ਬੜੇ ਕੀਮਤੀ ਡਾਕੂਮੈਂਟ ਸਭ ਕੁਝ ਇੱਦਾਂ ਦੇ। ਵੇਖੋ ਉਹਦਾ ਪਤਾ ਵੱਡੀ ਕੰਟਰੋਵਰਸੀ ਹੈ, ਪਰ ਅੱਗ ਲਾਈ ਤਾਂ ਅਸੀਂ ਆਪ ਦੇਖੀ ਹੈ, ਸਾਰਾ ਕੁਝ ਜਲਿਆ ਵਾ ਸੀ। ਮੈਂ 17 ਤਰੀਕ ਨੂੰ ਗਿਆ, ਉਸ ਤੋਂ ਬਾਅਦ ਪਹਿਲੀ ਵਾਰੀ ਉਹ ਪਿਛਲੇ ਪਾਸੇ ਆਟਾ ਮੰਡੀ ਵਾਲੀ ਸਾਈਡ ਦੀ ਆਏ ਆ ਕੇ ਮੈਂ ਦੇਖਿਆ ਤਾਂ ਉਹਦੇ ਵਿੱਚ ਹਜੇ ਉਸੇ ਤਰੀਕੇ ਨਾਲ ਰੈਕ ਉੱਤੇ ਕੋਈ ਜਲੇ ਹੋਏ ਕਾਗਜ਼ ਪਏ ਸੀ ਸਾਰੇ, ਤੇ ਅੱਗ ਤਾਂ ਲੱਗੀ ਆ। ਸਾਰੀਆਂ ਹੱਥ ਲਿਖਤਾਂ ਗੁਰੂ ਸਾਹਿਬਾਂ ਦੀਆਂ, ਉਹ ਜਿਹੜੀਆਂ ਸਾਰੀਆਂ ਹਜੇ ਕੰਟਰੋਵਰਸੀ ਉਹਦੇ ਬਾਰੇ, ਹੁਣ ਕਈ ਕੁਛ ਆ ਰਿਹਾ, ਉਹ ਇੱਕ ਵੱਖਰਾ ਇਸ਼ੂ ਆ। ਸਾਡੇ ਮੁਤਾਬਕ ਇਹ ਸੀ ਵੀ ਹੱਥ ਲਿਖਤਾਂ ਸਾਰੀਆਂ ਸਾੜ ਦਿੱਤੀਆਂ ਗਈਆਂ, ਪਰ ਕਈ ਵਾਰੀ ਇਹ ਆਉਂਦਾ ਵੀ ਉੱਥੋਂ ਆਰਮੀ ਚੱਕ ਕੇ ਲੈ ਗਈ ਸੀ ਸਮਾਨ, ਮੋੜਿਆ ਜਾਂ ਨਹੀਂ ਮੋੜਿਆ ਜਾਂ ਕਿੱਥੇ ਪਿਆ, ਪਾਰਲੀਮੈਂਟ 'ਚ ਰੌਲਾ ਵੀ ਪੈਂਦਾ ਕਿ ਵਾਪਸ ਕਰ ਦਿੱਤੇ, ਇਹ ਇੱਕ ਵੱਖਰਾ ਇਸ਼ੂ ਹੈ। ਪਰ ਉਹਨਾਂ ਨੇ ਲੋਕਾਂ ਨੂੰ, ਇਨੋਸੈਂਟ ਨੂੰ ਬਹੁਤ ਮਾਰਿਆ। ਜਿਵੇਂ ਫਰਜ਼ ਕੀਤਾ 500 ਬੰਦਾ ਦਾ ਜਥਾ ਲੈ ਕੇ ਉਸ ਦਿਨ ਗ੍ਰਿਫਤਾਰੀ ਦੇਣ ਲਈ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ। ਨਛੱਤਰ ਸਿੰਘ ਭਲਵਾਨ ਪਿੰਡ ਹੈ ਸੰਗਰੂਰ ਦੇ ਵਿੱਚ, ਉਹ ਨਛੱਤਰ ਸਿੰਘ ਸੀਗਾ ਐਸਜੀਪੀਸੀ ਮੈਂਬਰ, ਉਹ ਗਿਆ ਵਾ ਸੀਗਾ, ਤੇ ਉਹਦੀ ਮਾਂ ਵੀ ਗਈ ਸੀ। ਉਹ ਸਾਰੇ ਉੱਥੇ, ਉਹਦੀ ਮਾਂ ਦੀ ਉੱਥੇ ਮੌਕੇ 'ਤੇ ਮਰੀ ਹੈ, ਉਹ ਵੀ ਮਰਿਆ ਉੱਥੇ, ਤੇ 500 ਬੰਦਿਆਂ 'ਚੋਂ ਬਹੁਤ ਮਰੇ ਆ। ਤਾਹਾਂ ਤੋਂ ਉੱਪਰ ਤੋਂ ਉਸ ਵਿੱਚ ਗੁਰੂ ਰਾਮਦਾਸ ਸਰਾਂ ਦੇ ਵਿੱਚ ਤਾਹਾਂ ਤੋਂ ਉੱਤੇ ਸੁੱਟ ਕੇ ਗ੍ਰਨੇਡ ਸੁੱਟ ਕੇ ਥੱਲੇ ਬੈਠੇ ਬੰਦੇ ਮਾਰੇ ਆ। ਇਹ ਸਾਰਾ ਕੁਝ ਕੀਤਾ ਹੀ ਆ ਫੌਜ ਨੇ, ਬੁਖਲਾ ਗਈ ਸੀ ਫੌਜ ਤਾਂ ਸਾਰਾ ਕੁਛ। ਤੇ ਉਦੋਂ ਪਿੱਛੋਂ ਮੈਂ ਤਾਂ ਜਿੰਨਿਆਂ ਨੇ ਇੰਟਰਵਿਊ ਕੀਤੀਆਂ ਉਦੋਂ ਬਾਅਦ, ਤੇ ਉਹ ਸਾਰਿਆਂ ਨੇ ਦੱਸਿਆ ਬੁਖਲਾਹਟ ਚੱਕ ਕੇ ਆਮ ਬੰਦਿਆਂ ਨੂੰ ਮਾਰਿਆ। ਤੇ ਲੋਕਾਂ ਨੂੰ ਇਹ ਸੀਗਾ ਵੀ 100-150 ਬੰਦੇ ਨੂੰ ਤਾਂ ਫੜ ਕੇ ਧੁੱਪੇ ਬਹਾਇਆ ਵਾ ਸੀਗਾ ਸਾਰਾ, ਫਿਰ ਕਤਵਾਲੀ ਤੱਕ ਲੈ ਗਏ ਉਹਨਾਂ ਨੂੰ ਪਰੇਡ ਕਰਾ ਕੇ। ਬਹੁਤ ਜ਼ਿਆਦਾ ਘਟੀਆ ਤਰੀਕੇ ਦੀ ਗੱਲਬਾਤ ਕੀਤੀ ਸੀ। ਇਹ ਵੀ ਹੋਇਆ ਸੀ ਉਸ ਵੇਲੇ ਦਾ ਵੀ ਕੁਛ ਜਿਹੜੇ ਕੱਟੜ ਹਿੰਦੂ ਟਾਈਪ ਬੰਦੇ ਸੀ, ਉਹ ਫਿਰ ਉਸੇ ਵੇਲੇ ਮਠਿਆਈ ਵੰਡਣ ਆ ਗਏ ਸੀਗੇ ਸਾਰੇ ਬਾਹਰ। ਇਹ ਵੀ ਆਪਣੇ ਆਪ ਵਿੱਚ ਇੱਕ ਫੈਕਟ ਹੈ। ਜ਼ਖਮੀਆਂ ਨੂੰ ਉਹਨਾਂ ਨੇ ਫੌਜ ਨੂੰ ਰਾਸ਼ਨ ਪਾਣੀ ਦੇ ਰਹੇ ਤੇ ਜ਼ਖਮੀਆਂ ਨੂੰ ਨਹੀਂ, ਰਾਸ਼ਨ ਪਾਣੀ ਨਹੀਂ ਸੀ ਦੇ ਰਹੇ, ਉਹ ਉਹਨਾਂ ਦੀ ਫੌਜ ਦੀ ਬੱਲੋ ਬੱਲੇ ਕਰ ਲਈ, ਮਠਿਆਈ ਦੇਣ ਆ ਗਏ ਸੀ। ਜਿਹੜਾ ਕਿ ਗੁਰਾਇਆ ਨੇ, ਓਮਕਾਰ ਸਿੰਘ ਗੁਰਾਇਆ ਨੇ ਆਪਦੀ ਕਿਤਾਬ 'ਚ ਲਿਖਿਆ ਵੀ ਅਸੀਂ ਕਿਹਾ ਵੀ ਦੌੜ ਜਾਓ, ਕਹਿੰਦਾ ਮੈਨੂੰ ਰੋਬ ਮਾਰਿਆ ਵੀ ਦੌੜ ਜਾਓ, ਸਾਡੇ ਕੋਲ ਖਾਣ ਪੀਣ ਦਾ ਇੰਤਜ਼ਾਮ ਫੌਜ ਕੋਲੇ ਆਪਣਾ ਹੈਗਾ। ਅੱਛਾ, ਬਾਕੀ ਜਿਹੜੀ ਲਾਸਟ ਗੱਲ ਮੈਂ ਕਰਨਾ ਚਾਹੁੰਦਾ ਵੀ ਅਸੀਂ ਫੇਰ ਗਰਮੀ ਦੇ ਦਿਨ ਸੀ, ਅੰਦਰ ਲਾਸ਼ਾਂ ਬਹੁਤ ਗਲ ਸੜ ਗਈਆਂ ਸੀ। ਇਹਨਾਂ ਨੇ ਉਹ ਬੰਦਿਆਂ ਨੂੰ ਨਸ਼ਾ ਦੇ ਦੂ ਕੇ ਸਾਰਾ ਇੱਥੇ ਅੰਦਰ ਪਹੁੰਚਾਇਆ। ਜਿਹੜਾ ਕਾਰਪੋਰੇਸ਼ਨ ਦੇ ਕਰਮਚਾਰੀ ਸੀ, ਸਫਾਈ ਕਰਮਚਾਰੀ ਸੀ, ਉਹਨਾਂ ਨੂੰ ਕਿਹਾ ਗਿਆ ਵੀ ਜਿਹਦੇ ਜੇਬ 'ਚੋਂ ਕੁਛ ਨਿਕਲੇ ਤੁਹਾਡੇ ਕੋਲ, ਕਿਸੇ ਕੜਾ ਸੋਨੇ ਦਾ ਨਿਕਲੇ, ਘੜੀ ਨਿਕਲੇ, ਤੁਹਾਡੀ ਹੈ। ਫਿਰ ਪਰ ਜਦੋਂ ਬਾਂਹ ਨੂੰ ਹੱਥ ਲਾਉਂਦੇ ਸੀ, ਬਾਂਹ ਵਿੱਚੋਂ ਨਿਕਲ ਜਾਂਦੇ ਸੀ, ਬੌਡੀਆਂ ਸਾਰੀਆਂ ਰੌਟਨ ਹੋ ਗਈਆਂ ਸੀ ਸਾਰੀਆਂ, ਗਰਮੀ ਬਹੁਤ ਜ਼ਿਆਦਾ ਸੀ। ਤਾਂ ਫਿਰ ਮੈਂ ਖੁਦ ਆਪਦੇ ਅੱਖੀਂ ਦੇਖੀਆਂ। ਅਸੀਂ ਫਿਰ ਜਦੋਂ ਸ਼ਮਸ਼ਾਨ ਘਾਟ ਨੂੰ ਜਾਂਦੀਆਂ, ਅੰਦਰੋਂ ਕੂੜੇ ਵਾਲੀਆਂ ਵਿੱਚੋਂ ਬੌਡੀਆਂ ਢੋਈਆਂ ਗਈਆਂ ਸਾਰੀਆਂ, ਤੇ ਅਸੀਂ ਬਾਹਾਂ ਲਮਕਦੀਆਂ ਦੇਖੀਆਂ, ਲੱਤਾਂ ਲਮਕਦੀਆਂ ਜਾਂਦੀਆਂ ਦੇਖੀਆਂ, ਤੇ ਉਹ ਬੌਡੀਆਂ ਤਾਂ ਅਸੀਂ ਕੁਛ ਛੁਪ ਕੇ ਸਾਰਾ ਕੁਛ ਮੈਂ ਫਿਰ ਕਿੰਨੇ ਦਿਨ ਕਵਰਿੰਗ ਲੋਕਾਂ ਨੂੰ ਪਤਾ ਨਹੀਂ ਲੱਗਾ ਕਿ ਸਿਰਫ ਰੇਡੀਓ ਸਰਕਾਰ ਦਾ ਸੀ, ਪਤਾ ਹੀ ਸੀ ਸਾਰਾ, ਸਭ ਨੂੰ ਪਤਾ ਸੀ ਸਾਰੇ ਕੁਛ ਦਾ, ਜੋ ਕੁਛ ਹੋ ਰਿਹਾ ਸਾਰਾ। ਨਹੀਂ, ਪਰ ਖਬਰਾਂ ਕਿਵੇਂ ਜਾਂਦੀ ਰਹੀਆਂ? ਖਬਰਾਂ ਗਈਆਂ ਹੀ ਨਹੀਂ ਇਹਦੀਆਂ, ਇਹ ਤਾਂ ਜਾਣ ਹੀ ਨਹੀਂ ਦਿੱਤੀਆਂ। ਪਹਿਲੀ ਖਬਰ ਗਈ ਵੀ ਘੱਟੋ ਘੱਟ 1200 ਬੰਦਾ ਮਾਰਿਆ ਗਿਆ, ਉਹ ਜਾ ਕੇ ਇਹ ਬ੍ਰਹਮ ਚਲਾਨੀ ਸੀਗਾ ਐਸੋਸੀਏਟਡ ਪ੍ਰੈਸ ਦਾ, ਤੇ ਉਸ ਨੇ ਪਹਿਲੀ ਖਬਰ ਦਿੱਤੀ। ਪਤਾ ਹੀ ਕਿੱਥੇ, ਖਬਰ ਤਾਂ ਜਾਣ ਹੀ ਨਹੀਂ ਦਿੱਤੀ ਬਾਹਰ।
ਫਿਰ ਉਹ ਤੇ ਕੇਸ ਵੀ ਕੇਸ ਕੀਤਾ ਵੀ ਚੱਲਿਆ। ਕੇਸ ਵੀ ਕੀਤਾ ਇਸ ਕਰਕੇ ਕੇਸ ਕੀਤਾ। ਬ੍ਰਹਮ ਚਲਾਨੀ ਨੇ ਪਹਿਲੀ ਖਬਰ ਦਿੱਤੀ, ਖਬਰ ਜਾਣ ਹੀ ਨਹੀਂ ਦਿੱਤੀ ਕਿਤੇ ਬਾਹਰ। ਇਹ ਤਾਂ ਅਸੀਂ ਉੱਥੇ ਲੁਕ ਛੁਪ ਕੇ ਪਾਸੇ-ਆਸੇ ਵਾਲੇ ਥਾਵਾਂ ਤੇ ਇੱਧਰ ਉੱਧਰ ਦੀ ਆ ਕੇ ਕਰਫਿਊ ਦੀ ਢਿੱਲ ਚ ਆ ਕੇ ਅਸੀਂ ਦੇਖਿਆ ਜਿਹਦੇ ਬੋਡੀਆਂ ਚੱਕੀਆਂ ਜਾਂਦੀਆਂ ਸੀ। 8 ਤਰੀਕ ਨੂੰ 7 ਤਰੀਕ ਨੂੰ ਸਫਾਈ। ਫਿਰ ਦੁਬਾਰਾ ਦਰਬਾਰ ਸਾਹਿਬ ਕਦੋਂ ਖੋਲਿਆ ਗਿਆ ਜੀ? ਦਰਬਾਰ ਸਾਹਿਬ 23 ਤਰੀਕ ਨੂੰ ਦੁਬਾਰਾ ਖੋਲਿਆ ਗਿਆ ਤੇ ਇੰਦਰਾ ਗਾਂਧੀ ਆਈ, ਇੰਦਰਾ ਗਾਂਧੀ ਦੇ ਆਉਣ ਤੋਂ ਬਾਅਦ ਖੋਲਿਆ ਗਿਆ। ਲੋਕ ਭੱਜ ਕੇ ਚੀਕਾਂ ਮਾਰਦੇ ਦਹਾੜਦੇ ਹੋਏ ਲੋਕ ਉੱਥੇ ਪਹੁੰਚੇ ਸੀ ਅਕਾਲ ਤਖਤ ਟਿੱਕੇ ਤੇ। ਉਹ ਅਸੀਂ ਪ੍ਰੈਸ ਵਾਲਿਆਂ ਨੂੰ ਜਾਣ ਸੱਦਿਆ ਨਹੀਂ, ਲੋਕਲ ਪ੍ਰੈਸ ਨੂੰ ਆਉਣ ਨਹੀਂ ਦਿੱਤਾ ਸੀਗਾ। ਸਾਰੀ ਪ੍ਰੈਸ ਬਾਹਰੋਂ ਗਈ ਆ, ਜਾਂ ਅੰਮ੍ਰਿਤਸਰ ਤੋਂ ਗਈ ਆ, ਜਾਂ ਸਾਰੀ ਦਿੱਲੀ ਤੋਂ ਆਈ ਆ, ਜਾਂ ਚੰਡੀਗੜ੍ਹ ਵਾਲਿਆਂ ਨੂੰ ਲਗਾਏ ਸੀ ਬਾਈ ਏਅਰ ਹੈ। ਉਹਨਾਂ ਤੋਂ ਜੋ ਕਿਹਾ ਲਿਖਵਾਇਆ। ਅਸੀਂ ਲੋਕਲ ਪ੍ਰੈਸ ਨੂੰ ਸਾਨੂੰ ਬਹੁਤ ਜ਼ਿਆਦਾ ਪਤਾ ਸੀ, ਇਸ ਕਰਕੇ ਸਾਨੂੰ ਤਾਂ ਲਗਾਏ ਨਹੀਂ, ਸਾਨੂੰ ਤਾਂ ਇੱਕ ਦਿਨ ਨਹੀਂ ਕਿਹਾ। ਔਰ ਰਮੇਸ਼ਿੰਦਰ ਸਿੰਘ ਡਿਪਟੀ ਕਮਿਸ਼ਨਰ ਸੀ, ਅਸੀਂ ਇਹਦੇ ਕੋਲ ਸ਼ਿਕਾਇਤ ਕੀਤੀ ਵੀ ਯਾਰ ਸਾਨੂੰ ਕਿਉਂ ਨਹੀਂ ਪ੍ਰੈਸ ਨੂੰ ਲੋਕਲ, ਪਰ ਸਾਨੂੰ ਨਹੀਂ ਆਉਣ ਦਿੱਤਾ ਸੀ ਇਹ ਫੈਸਲਾ। ਉਹ ਕਹਿੰਦਾ ਵੱਡੇ ਲੈਵਲ ਤੇ 100-150 ਬੰਦਾ ਹੈਗਾ ਸੀ, ਉਹਦੇ ਵੈਸੇ ਹੀ ਇੱਦਾਂ ਦੇ ਗਵਰਨਮੈਂਟ ਆਫ ਇੰਡੀਆ ਜਾਂ ਆਰਮੀ ਹਾਲਾਤ ਪੈਦਾ ਕਰ ਦਿੰਦੇ ਹੈਗੇ। ਹਾਂ, ਬਾਕੀ ਫਿਰ ਇਹ ਆ ਵੀ ਅਸੀਂ ਇਸ ਗੱਲ ਤੇ ਆਪਾਂ ਲਾਸਟ 'ਚ ਇੰਨੀ ਗੱਲ ਹੀ ਕਰਨਾ ਚਾਹੁੰਦੇ ਆ ਵੀ ਇਹ ਸਾਰੇ ਕੁਛ ਤੋਂ ਬਾਅਦ ਵੀ ਉਹਨਾਂ ਨੂੰ ਇਹ ਸੀ ਵੀ ਹੁਣ ਰਿਐਕਸ਼ਨ ਨਾ ਹੋਵੇ ਤਾਂ ਵੁੱਡਰੋਜ਼ ਸ਼ੁਰੂ ਕੀਤਾ। ਵੁੱਡਰੋਜ਼ ਤੁਰਤ ਹੀ ਸ਼ੁਰੂ ਹੋ ਗਿਆ ਸੀ। ਜਿਹੜੇ ਨੌਜਵਾਨ ਪਿੰਡਾਂ ਦੇ ਵਿੱਚ ਹੈ, ਜਿਹੜੇ ਪੋਟੈਂਸ਼ੀਅਲ ਜਿਨ੍ਹਾਂ 'ਚੋਂ ਲੱਗਦਾ ਵੀ ਇਹ ਮੁੜ ਕੇ ਖਾੜਕੂ ਧਿਰਾਂ ਚਲੇ ਜਾਣਗੇ, ਖਾੜਕੂ ਸ਼ਬਦ ਵੀ ਨਹੀਂ ਸੀ ਆਇਆ ਉਹਨਾਂ ਦਿਨਾਂ 'ਚ, ਫਿਰ ਉਹ ਵੀ ਫੜੇ ਗਏ। ਇਸ ਕਰਕੇ ਮੁੰਡੇ ਤੁਹਾਡੇ ਅੰਮ੍ਰਿਤਸਰ ਤੇ ਗੁਰਦਾਸਪੁਰ 'ਚੋਂ ਭੱਜ ਕੇ ਬਾਰਡਰ ਲੰਘ ਕੇ ਫਿਰ ਉਹ ਪਾਕਿਸਤਾਨ ਜਾਣਾ ਸ਼ੁਰੂ ਕੀਤਾ। ਉਹੀ ਗੱਲ ਸਾਰੀ ਹੋਈ ਹੈ। ਇਹ ਵੁੱਡਰੋਜ਼ ਵੀ ਮਹੀਨਾ 2 ਮਹੀਨੇ ਚੱਲਿਆ, ਇਸ ਕਰਕੇ ਇਹ ਕੰਪਲੀਟ ਹੋ ਗਿਆ ਤੇ ਬਹੁਤ ਜ਼ਿਆਦਾ ਇਹ ਸਾਰਾ ਕੁਛ ਇੱਕ ਆਪਣੇ ਆਪ ਵਿੱਚ ਇਹ ਪੂਰਾ ਵੱਡਾ ਤਸ਼ੱਦਦ ਸੀ। ਤੁਸੀਂ ਇਹ ਦੇਖੋ ਵੀ ਜਿੰਨੇ ਬੰਦੇ ਫੜੇ ਸੀਗੇ ਸਾਰੇ ਫੜ ਕੇ ਲਿਜਾਂਦੇ ਸੀਗੇ, ਤੇ ਜਿਹੜਾ ਕੰਟੋਨਮੈਂਟ ਵਿੱਚ ਅੰਮ੍ਰਿਤਸਰ ਕੰਟੋਨਮੈਂਟ ਵਿੱਚ ਜਿਹੜਾ ਉਹਨਾਂ ਦਾ ਸਕੂਲ ਸੀ ਉਹਦੇ ਆਲੇ ਦੁਆਲੇ ਤਾਰਾਂ ਲਾਈਆਂ ਸੀ ਤੇ ਉਸ ਨੂੰ ਇਹਨਾਂ ਨੇ ਜੇਲ੍ਹ ਬਣਾਇਆ ਸੀ ਟੈਂਪਰੇਰੀ, ਤੇ ਉੱਥੇ ਲਿਖ ਕੇ ਲਾਇਆ ਸੀ POW ਪ੍ਰਿਜ਼ਨਰ ਆਫ ਵਾਰ। ਆਮ ਸਧਾਰਨ ਬੰਦੇ ਉੱਥੇ ਗਏ, ਸਾਰੇ ਲੈ ਕੇ ਗਏ ਹੋਏ ਸੀ ਸਾਰੇ। ਇਸ ਕਰਕੇ ਇਹ ਆਪਣੇ ਆਪ ਵਿੱਚ ਕਿਸੇ ਵੀ ਸਿਵਲ ਇਲਾਕੇ ਵਿੱਚ ਨੌਨ ਕੰਬੈਟੈਂਟ ਜਿਹੜੇ ਲੜ ਨਾ ਰਹੇ ਹੁਣ ਹਥਿਆਰ ਦੇ ਰਹਿਤ, ਉਹਨਾਂ ਉੱਤੇ 1% ਲੈਵਲ ਦਾ ਇਹ ਬਹੁਤ ਵੱਡਾ ਹਮਲਾ ਸੀ। ਤਾਂ ਲੱਗਦਾ ਦੁਨੀਆ ਦੇ ਇਤਿਹਾਸ ਦੇ ਵਿੱਚ ਇਦਾਂ ਦਾ ਵੱਡਾ 2-3 ਗੱਲਾਂ ਪਹਿਲਾਂ ਹੋਈਆਂ ਵੀ ਪਾਰਟੀਸ਼ਨ ਵੇਲੇ ਵੀ ਇਦੋਂ ਵੱਡਾ ਕਤਲੇਆਮ ਨਹੀਂ ਹੋਣਾ ਵੀ 10 ਲੱਖ ਬੰਦਾ ਮਰ ਗਿਆ ਤੇ ਕਰੋੜ ਦੇ ਨੇੜੇ ਤੇੜ ਤੁਸੀਂ ਘਰੋਂ ਬੇਘਰ ਹੋ ਗਏ। ਇਹ ਵੀ ਦੁਨੀਆ 'ਚ ਪਹਿਲੀ ਵਾਰੀ ਹੋਇਆ, ਤੇ ਇਹ ਵੀ ਪਹਿਲੀ ਵਾਰੀ ਹੋਇਆ ਵੀ ਇੱਕ ਤੁਸੀਂ ਬੰਦਿਆਂ ਨੂੰ ਘੇਰ ਕੇ ਇਸ ਕਿਸਮ ਦਾ ਤਾਂ ਹਿੰਦੁਸਤਾਨ ਦੇ ਵਿੱਚ ਪੰਜਾਬੀਆਂ ਨੇ ਜ਼ਖਮ। ਹਾਂ, ਇਹ ਪਹਿਲੀ ਵਾਰ ਹੋਇਆ। ਤੇ ਇਸ ਕਰਕੇ ਤੁਸੀਂ ਜਿਹੜਾ ਪਹਿਲਾਂ ਹੀ ਸ਼ੁਰੂ ਕੀਤਾ ਸੀ ਵੀ ਇਹ ਤੁਸੀਂ ਸਿੱਖ ਭੁੱਲਦੇ ਕਿਉਂ ਨਹੀਂ ਇੱਕ, ਤੇ ਇਸ ਕਰਕੇ ਇਹਦੇ ਮੁਕਾਬਲੇ ਵਿੱਚ ਮਨਮੋਹਨ ਸਿੰਘ ਨੇ ਜਿੰਨਾ ਕੁ 2 ਸ਼ਬਦ ਬੋਲੇ ਆ ਕੋਈ ਮੈਨਾਂ ਨਹੀਂ ਰੱਖਦਾ। ਇਹ ਜਿਹੜਾ ਦੁੱਖ ਐਡੇ ਵੱਡੇ ਲੈਵਲ ਦਾ ਹੈ ਹਿਸਟੋਰੀਕਲ। ਤੇ ਜੇ ਅੱਜ ਦੀ ਜੇ ਕਾਂਗਰਸ ਲੀਡਰਸ਼ਿਪ ਜਾਂ ਭਾਰਤ ਸਰਕਾਰ ਤੁਹਾਨੂੰ ਲੱਗਦਾ ਪਾਰਲੀਮੈਂਟ ਦੇ ਵਿੱਚ ਮਤਾ ਪਾਸ ਕਰਕੇ ਮਾਫੀ ਮੰਗ ਵੀ ਲੈਂਦੀ, ਤਦ ਵੀ ਕੋਈ ਮਾਫੀ ਸ਼ਬਦ ਬਹੁਤ ਛੋਟਾ ਮੰਗਣਾ ਹੀ ਨਹੀਂ ਕਿਸੇ ਨੇ। ਹੁਣ ਤਾਂ ਇੰਡੀਅਨ ਸਟੇਟ ਬਣ ਗਈ ਹੈ, ਹੁਣ ਤਾਂ ਸਟੇਟ ਹੀ ਮੈਜੋਰੀਟੇਰੀਅਨ ਹੋ ਗਈ ਹੈ। ਹੁਣ ਜੇ ਫਰਜ਼ ਕੀਤਾ ਤੁਸੀਂ ਕਹੋ ਵੀ ਕਿਤੇ ਪਾਕਿਸਤਾਨ ਇੱਕ ਇਸਲਾਮਿਕ ਸਟੇਟ ਹੈ ਤੇ ਉਹ ਕਿਤੇ ਹਿੰਦੂ 4 ਮਰਦੇ ਤੇ ਉਹਨਾਂ ਲਈ ਕੋਈ ਉਹ ਮਾਫੀ ਮੰਗੇਗੀ? ਕੋਈ ਮੰਗਦਾ ਨਹੀਂ ਹੁੰਦਾ ਸਾਰਾ ਕੁਛ। 47 ਦੇ ਵਿੱਚ ਇੰਨੇ ਮਾਰੇ ਗਏ ਉਧਰੋਂ ਦੀ ਦੋਨਾਂ ਸਟੇਟਾਂ ਨੇ, ਨਾ ਇੰਡੀਅਨ ਸਟੇਟ ਨਾ ਪਾਕਿਸਤਾਨ ਸਟੇਟ, ਦੋਨਾਂ ਨੇ ਕੋਈ ਮਾਫੀ ਨਹੀਂ ਮੰਗੀ, ਨਾ ਗਿਣਤੀ ਕੀਤੀ ਹੈ, ਨਾ ਕੋਈ ਯਾਦਗਾਰ ਬਣਾਈ ਹੈ। ਅੱਛਾ, ਇੱਕ ਆਖਰੀ ਸਵਾਲ ਆ ਜਿਹੜਾ ਉੱਥੇ ਹੁਣ ਬਾਅਦ 'ਚ ਇੱਕ ਬਣਾਇਆ ਗਿਆ ਗੁਰਦੁਆਰੇ ਬਣ ਗਿਆ ਗਾ ਸੰਤ ਭਿੰਡਰਾਂਵਾਲੇ ਦੇ ਨਾਲ, ਪਲੱਸ ਜਿੰਨੇ ਵੀ ਸ਼ਹੀਦ ਉਹਨਾਂ ਦੀ ਯਾਦ ਨੂੰ ਲੈ ਕੇ, ਉਹਨਾਂ ਦਾ ਬਣਾਉਣਾ ਜ਼ਰੂਰੀ ਸੀ ਜੀ ਉੱਥੇ? ਬਿਲਕੁਲ ਜ਼ਰੂਰੀ ਆ, ਕਿਉਂਕਿ ਦੁਨੀਆ ਸਾਰੀ 'ਚ ਵੇਖੋ ਸੈਕੰਡ ਵਰਲਡ ਵਾਰ ਵਿੱਚ ਜਿਊ ਮਾਰੇ ਗਏ ਸੀਗੇ। ਜਿਊ ਦੀ ਯਾਦ ਵਿੱਚ ਉੱਥੇ ਬਹੁਤ ਵੱਡਾ ਮਿਊਜ਼ੀਅਮ ਬਣਿਆ ਹੋਇਆ। ਸੈਕੰਡ ਵਰਲਡ ਵਾਰ ਦੇ ਵਿੱਚ ਜਿਹੜਾ ਜਰਮਨ 'ਚ ਜਿਊ ਬਣਿਆ। ਸਾਰੀ ਦੁਨੀਆ ਦੇ ਵਿੱਚ ਯਾਦਗਾਰਾਂ ਇਸ ਕਿਸਮ ਦੇ ਜਿਹੜੇ ਜੇ ਕਤਲੇਆਮ ਹੁੰਦਾ ਉਹਦੀਆਂ ਯਾਦਗਾਰਾਂ। ਫਿਰ ਅਕਾਲ ਤਖਤ ਸਾਹਿਬ ਵੀ ਉਦਾਂ ਹੀ ਢੱਠਾ ਰਹਿਣ ਦੇਣਾ ਚਾਹੀਦਾ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਰਹਿੰਦੇ। ਉਹ ਰੱਖਣ ਨਹੀਂ ਦਿੱਤਾ ਇਹਨਾਂ ਨੇ, ਇਸੇ ਕਰਕੇ ਤੁਰਤ ਆਪ ਹੀ ਆਪਣੇ ਐਵੇਂ ਕਾਰ ਸੇਵਾ ਦਾ ਬਹਾਨਾ ਲਾ ਕੇ ਬਾਬਾ ਸੰਤਾ ਸਿੰਘ ਨਿਹੰਗ ਦਾ ਐਵੇਂ ਇੱਕ ਮੂਹਰੇ ਪਰਦਾ ਜਿਹਾ ਲਾ ਕੇ ਇੱਕ ਫਰੰਟ ਬੈਂਡ ਜਿਹਾ ਬਣਾ ਕੇ, ਨਾ ਉਹ ਆਇਆ ਨਾ ਜਾਣਦਾ ਸੀ, ਨਾ ਉਹਦੇ ਕੋਲ ਗੱਲਬਾਤ ਸੀ। ਆਪਦੇ ਇਹ ਸਰਕਾਰੀ ਅਦਾਰਿਆਂ ਰਾਹੀਂ ਸੈਂਟਰਲ PWD ਹੁੰਦੀ ਹੈ ਜਿਹੜੀ ਕੰਸਟਰਕਸ਼ਨ ਕੰਪਨੀਆਂ, ਉਹਨਾਂ ਦੇ ਰਾਹੀਂ ਬਣਾਇਆ ਸਾਰਾ ਕੁਛ, ਆਪ ਕੀਤਾ ਸਾਰਾ ਕੁਛ। ਇਹ ਤੁਰਤ ਸੀ ਵੀ ਇਹ ਕਿਤੇ ਸਿੱਖਾਂ ਨੂੰ ਦਿਸੇ ਨਾ, ਇਹ ਤਾਂ ਅਡਾਪਟ ਵੀ ਕਰਾਤਾ ਸੀ, ਇਹ ਤਾਂ ਕੁਦਰਤੀ ਫਿਰ ਮੁੜ ਕੇ ਲੰਬੀ ਗੱਲ ਹੈ। ਚਲੋ ਬਹੁਤ ਮਿਹਰਬਾਨੀ ਜੀ, ਤੁਸੀਂ ਸਾਡੇ ਟਾਈਮ ਕੱਢਿਆ। ਔਰ ਬਿਲਕੁਲ ਇਹ ਬਹੁਤ ਵੱਡਾ ਦਿਖਾਂਤ ਆ, ਚਾਹੇ ਹਕੂਮਤਾਂ, ਚਾਹੇ ਗਾਂਧੀ ਪਰਿਵਾਰ ਲਾ ਲਓ, ਚਾਹੇ ਮੌਜੂਦਾ ਸਰਕਾਰ, ਪਹਿਲੀ ਗੱਲ ਤੋਂ ਮਾਫੀ ਮੰਗਦੀਆਂ ਨਹੀਂ ਹੈਗੀਆਂ, ਪਰ ਜੇ ਮੰਗਦੀਆਂ ਵੀ ਹੈਗੀਆਂ ਤਾਂ ਉਹ ਵੀ ਮਾਫ ਕਰਨ ਯੋਗ ਨਹੀਂ ਆ, ਕਿਉਂਕਿ ਇੱਕ ਸੋਚੀ ਸਮਝੀ ਲਾ ਲਓ ਜਾਂ ਸਿਆਸਤ ਲਾ ਲਓ, ਇਹ ਬਹੁਤ ਵੱਡਾ ਹਮਲਾ, ਉਹ ਵੀ ਆਪਣੇ ਲੋਕਾਂ 'ਤੇ।
ਤੇ ਸਰਕਾਰਾਂ ਦੀ ਐਡੀ ਸੋਚ ਮਾੜੀ ਕਿਵੇਂ ਹੋ ਸਕਦੀ ਆ? ਸੱਤਾ 5 ਸਾਲ ਬਾਅਦ ਬਦਲਦੀ ਰਹਿੰਦੀ ਹੈ, ਲੇਕਿਨ ਇੱਕ ਕੌਮ ਤੇ ਹਮਲਾ ਕਰਨਾ, ਦਰਬਾਰ ਸਾਹਿਬ ਤੇ ਹਮਲਾ ਕਰਨਾ, ਮੱਕੇ ਤੇ ਹਮਲਾ ਕਰਨਾ, ਜਿੱਥੇ ਹਮੇਸ਼ਾ ਹਰ ਰੋਜ਼ ਸਵੇਰੇ ਸ਼ਾਮ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਹੋਵੇ, ਤੇ ਉਸ ਤਖਤ ਨੂੰ ਹਟਾਉਣ ਦੀ ਉੱਥੇ ਹਮਲਾ ਕੀਤਾ ਜਾਂਦਾ, ਇਹ ਸ਼ਾਇਦ ਦੁਨੀਆ ਦੇ ਇਤਿਹਾਸ 'ਚ ਪਹਿਲੀ ਵਾਰ ਹੋਏਗਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ।